ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ तमाम ਉਹਨਾਂ ਖਬਰਾਂ ਦੀ ਜਿਹੜੀਆਂ ਅਮਰੀਕਾ ਵਿੱਚ ਖਾਸ ਰਹੀਆਂ। ਸੋ ਨਜ਼ਰ ਮਾਰਦੇ ਹਾਂ ਨਾ तमाम ਵੱਡੀਆਂ ਖਬਰਾਂ ਉੱਪਰ। ਕੋਰਟ ਵਿੱਚ ਅਪੀਲ ਕੀਤੀ ਗਈ ਹੈ ਕਿ ਲਾਜ਼ਮੀ ਮਾਸਕ ਨੂੰ ਵਾਪਸ ਲਿਆਂਦਾ ਜਾਵੇ। ਦਰਅਸਲ ਸੀਡੀਸੀ ਵੱਲੋਂ ਕਿਹਾ ਗਿਆ ਸੀ ਕਿ ਅਜੇ ਵੀ ਹਵਾਈ ਸਫ਼ਰ ਅਤੇ ਰੇਲ ਸਫ਼ਰ ਵਾਸਤੇ ਯਾਤਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ, ਪਰ ਬਾਅਦ ਵਿੱਚ ਇਹ ਫੈਸਲਾ ਸਾਹਮਣੇ ਆਇਆ ਜਿੱਥੇ ਅਮਰੀਕਾ ਵਿੱਚ ਕਿਹਾ ਗਿਆ ਕਿ ਇਹਨਾਂ ਜਗ੍ਹਾ ਦੇ ਉੱਪਰ ਯਾਤਰੀਆਂ ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ। ਇਸ ਮਾਸਕ ਪਾਉਣ ਦੀ ਨੀਤੀ ਨੂੰ ਲੈ ਕੇ ਹੁਣ ਕੋਰਟ ਵਿੱਚ ਅਪੀਲ ਕੀਤੀ ਗਈ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਕੀ ਫੈਸਲਾ ਆਉਂਦਾ ਹੈ। ਅਮਰੀਕਾ ਵਿੱਚ ਯਾਤਰੀਆਂ ਲਈ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇੱਥੇ ਕਈ ਥਾਵਾਂ ਤੇ ਅਜੇ ਵੀ ਇਹਨਾਂ ਯਾਤਰੀਆਂ ਲਈ ਮਾਸਕ ਨੂੰ ਲਾਜ਼ਮੀ ਕੀਤਾ ਜਾਵੇ। ਇਸ ਸੰਬੰਧ ਵਿੱਚ ਯੂਐਸ ਜਸਟਿਸ ਡਿਪਾਰਟਮੈਂਟ ਵੱਲੋਂ ਹੁਣ ਅਪੀਲ ਕੀਤੀ ਗਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਯਾਤਰੀਆਂ ਵਾਸਤੇ ਅਜੇ ਵੀ ਲਾਜ਼ਮੀ ਮਾਸਕ ਨੂੰ ਜਾਰੀ ਰੱਖਿਆ ਜਾਵੇ। ਪਿਛਲੇ ਦਿਨੀ ਜੱਜ ਵੱਲੋਂ ਇਹ ਆਰਡਰ ਦਿੱਤੇ ਗਏ ਸਨ ਕਿ ਜਹਾਜ਼ ਦੇ ਹਵਾਈ ਸਫ਼ਰ ਵੇਲੇ ਯਾਤਰੀਆਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ, ਜਦਕਿ ਇਸ ਤੋਂ ਪਹਿਲਾਂ ਸੀਡੀਸੀ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਅਜੇ ਵੀ ਮਾਸਕ ਪਾਉਣਾ ਜਾਰੀ ਰੱਖਿਆ ਜਾਵੇ। ਇਸ ਸਭ ਤੋਂ ਬਾਅਦ ਜਸਟਿਸ ਡਿਪਾਰਟਮੈਂਟ ਨੇ ਅਪੀਲ ਫਾਈਲ ਕਰ ਦਿੱਤੀ ਹੈ। ਇਹ ਨੋਟਿਸ ਆਫ ਅਪੀਲ ਟੈਂਪਾ ਦੇ ਫੈਡਰਲ ਕੋਰਟ ਵਿੱਚ ਫਾਈਲ ਕੀਤਾ ਗਿਆ। ਦੱਸ ਦਈਏ ਕਿ ਸੀਡੀਸੀ ਵੱਲੋਂ ਲਾਜ਼ਮੀ ਮਾਸਕ ਦੀ ਨੀਤੀ ਨੂੰ 3 ਮਈ ਤੱਕ ਵਧਾਇਆ ਗਿਆ ਸੀ, ਪਰ ਇਸ ਤੋਂ ਪਹਿਲਾਂ ਹੀ ਕੋਰਟ ਨੇ ਇਸ ਫੈਸਲੇ ਨੂੰ ਬਦਲ ਦਿੱਤਾ। ਅਮਰੀਕਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਲਾਹ ਦਿੱਤੀ ਜਾ ਰਹੀ ਹੈ ਕਿ ਅਜੇ ਵੀ ਇਹਤਿਆਤ ਵਰਤੇ ਜਾਣ। ਅਮਰੀਕਾ ਵਿੱਚ ਜਿਹੜੇ ਕੋਰੋਨਾ ਦੇ ਕੇਸਿਸ ਵਧ ਰਹੇ ਨੇ ਉਸ ਪਿੱਛੇ ਓਮਿਕਰੌਨ ਸਬ ਵੇਰੀਐਂਟ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਇਕੱਲੇ ਅਮਰੀਕਾ ਹੀ ਨਹੀਂ ਬਲਕਿ ਵੱਖ-ਵੱਖ ਦੇਸ਼ਾਂ ਵਿੱਚ ਇਸ ਦਾ ਫੈਲਾਅ ਨਜ਼ਰ ਆ ਰਿਹਾ ਹੈ, ਜਿਸ ਤੋਂ ਬਾਅਦ ਲਗਾਤਾਰ ਐਕਸਪਰਟਸ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਕੈਨੇਡਾ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪ੍ਰੋਵਿੰਸਸ ਵਿੱਚ ਇੱਕ ਵਾਰ ਫਿਰ ਤੋਂ ਕੇਸਿਸ ਦੀ ਗਿਣਤੀ ਵੱਧ ਹੋਣ ਲੱਗੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਹੁਣ ਸੂਬਿਆਂ ਨੂੰ ਇੱਕਦਮ ਸਾਰੀਆਂ ਪਾਬੰਦੀਆਂ ਖਤਮ ਨਹੀਂ ਕਰਨੀਆਂ ਚਾਹੀਦੀਆਂ। ਦੱਸ ਦਈਏ ਕਿ ਅਮਰੀਕਾ ਵਿੱਚ ਇਸ ਸਮੇਂ ਜਿਹੜੇ ਹਾਲਾਤ ਬਣੇ ਹੋਏ ਨੇ, ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਮਾਸਕ ਲਾਜ਼ਮੀ ਦੇ ਬਾਰੇ ਕੀ ਫੈਸਲਾ ਆਉਂਦਾ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਘਰ ਵਿੱਚੋਂ 5 ਲਾਸ਼ਾਂ ਮਿਲੀਆਂ। ਇੱਕ ਕੁੱਤੇ ਦੀ ਲਾਸ਼ ਵੀ ਇਸ ਘਰ ਵਿੱਚੋਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਲਾਸ਼ਾਂ ਵਿੱਚ ਹੀ ਸਸਪੈਕਟ ਵੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਮਾਮਲਾ ਕਿਵੇਂ ਵਾਪਰਿਆ, ਇਹਨਾਂ ਪੀੜਤਾਂ ਦੀ ਮੌਤ ਇੱਥੇ ਕਿਵੇਂ ਹੋਈ। ਇਸ ਬਾਰੇ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਘਰ ਵਿੱਚੋਂ 5 ਜਾਣੇ ਤੇ ਇੱਕ ਕੁੱਤੇ ਦੀ ਲਾਸ਼ ਮਿਲੀ ਹੈ। ਇਹ ਘਟਨਾ ਮਿਨੀਸੋਟਾ ਨਾਲ ਸੰਬੰਧਿਤ ਦੱਸੀ ਗਈ, ਜਿਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਜਿਹੜੇ 5 ਜਾਣਿਆਂ ਦੀ ਘਰ ਵਿੱਚ ਲਾਸ਼ ਮਿਲੀ ਉਹ ਇੱਕ ਦੂਸਰੇ ਨਾਲ ਜੁੜੇ ਹੋਏ ਹਨ, ਭਾਵ ਕਿ ਇਹਨਾਂ ਨੂੰ ਰਿਲੇਟਡ ਦੱਸਿਆ ਗਿਆ। ਇਸੇ ਦੇ ਨਾਲ ਪੁਲਿਸ ਸਪੋਕਸਵੂਮਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਹੜਾ ਇਸ ਮਾਮਲੇ ਨਾਲ ਜੁੜਿਆ ਹੋਇਆ ਸਸਪੈਕਟ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ। ਉਹ ਵੀ ਇਹਨਾਂ 5 ਜਾਣਿਆਂ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਲਾਸ਼ ਘਰ ਵਿੱਚੋਂ ਮਿਲੀ। ਉਹਨਾਂ ਮੁਤਾਬਕ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ 5 ਜਾਣਿਆਂ ਦੀ ਕਿਵੇਂ ਮੌਤ ਹੋਈ। ਇਸ ਸੰਬੰਧੀ ਟਿੱਪਣੀ ਕਰਨ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸ਼ੱਕ ਹੈ ਕਿ ਇੱਥੇ ਜਿਹੜਾ ਸਸਪੈਕਟ ਸੀ ਉਹ ਹਥਿਆਰ ਨਾਲ ਘਰ ਵਿੱਚ ਦਾਖਲ ਹੋਇਆ। ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵੈਲਫੇਅਰ ਚੈੱਕ ਦੌਰਾਨ ਜਦੋਂ ਪੁਲਿਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਇਸ ਘਰ ਵਿੱਚ 5 ਜਾਣਿਆਂ ਦੀ ਲਾਸ਼ ਪਈ ਹੈ। ਫਿਲਹਾਲ ਪੀੜਤਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਉਹਨਾਂ ਬਾਰੇ ਜ਼ਿਆਦਾ ਡੀਟੇਲ ਅਜੇ ਸਾਂਝੀ ਕੀਤੀ ਗਈ ਹੈ। ਇਸ ਮਾਮਲੇ ਦੀ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਸਿਰਫ ਇਹੀ ਦੱਸਿਆ ਗਿਆ ਕਿ ਘਰ ਵਿੱਚ 5 ਜਾਣੇ ਤੇ ਇੱਕ ਕੁੱਤੇ ਦੀ ਲਾਸ਼ ਮਿਲੀ ਹੈ, ਜਿਸ ਸੰਬੰਧ ਵਿੱਚ ਪੁਲਿਸ ਅਜੇ ਪੜਤਾਲ ਕਰ ਰਹੀ ਹੈ। ਅਮਰੀਕਾ ਵਿੱਚ 8 ਮਿਲੀਅਨ ਤੋਂ ਵੱਧ ਲੋਕਾਂ ਨੂੰ ਫਾਇਰ ਅਲਰਟ ਦੇ ਅਧੀਨ ਰੱਖਿਆ ਗਿਆ। ਦਰਅਸਲ ਇੱਥੇ ਜੋ ਜੰਗਲ ਦੀ ਅੱਗ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਦੇ ਉੱਪਰ ਇਹ ਜੰਗਲ ਦੀ ਅੱਗ ਫੈਲਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ। ਇੱਥੇ ਇਸ ਵਾਈਲਡ ਫਾਇਰ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆਈ ਹੈ ਤੇ ਕਿਹਨਾਂ ਖੇਤਰਾਂ ਤੋਂ ਕਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਮਰੀਕਾ ਵਿੱਚ ਜੰਗਲ ਦੀ ਅੱਗ ਫੈਲਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ 8 ਮਿਲੀਅਨ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ। ਜੀ ਹਾਂ, ਇਸ ਸਮੇਂ 8 ਮਿਲੀਅਨ ਤੋਂ ਵੱਧ ਲੋਕ ਫਾਇਰ ਅਲਰਟ ਅਧੀਨ ਹਨ। ਇਹ ਚੇਤਾਵਨੀ ਨਿਊ ਮੈਕਸੀਕੋ, ਵੈਸਟਰਨ ਟੈਕਸਸ ਅਤੇ ਵਾਇਓਮਿੰਗ ਵਾਸਤੇ ਜਾਰੀ ਕੀਤੀ ਗਈ ਹੈ, ਜਿੱਥੇ ਜੰਗਲ ਦੀ ਅੱਗ ਦਾ ਖਤਰਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਡਰਾਈ ਕੰਡੀਸ਼ਨਸ, ਲੋ ਹਿਊਮਿਡਿਟੀ, ਤੇਜ਼ ਹਵਾਵਾਂ ਦੇ ਕਾਰਨ ਜੰਗਲ ਦੀ ਅੱਗ ਫੈਲ ਰਹੀ ਹੈ। ਇਸ ਤੋਂ ਇਲਾਵਾ ਸਾਊਥ ਵੈਸਟ ਯੂਐਸ ਦੇ ਆਸ-ਪਾਸ ਤਾਪਮਾਨ ਵੀ ਕਾਫੀ ਵੱਧ ਦੱਸਿਆ ਜਾ ਰਿਹਾ ਹੈ। ਮੌਜੂਦਾ ਸਮੇਂ ਖੇਤਰ ਵਿੱਚ 11 ਵੱਡੀਆਂ ਵਾਈਲਡ ਫਾਇਰ ਚੱਲ ਰਹੀਆਂ ਹਨ, ਜਿਸ ਵਿੱਚ ਐਰੀਜ਼ੋਨਾ ਦੀ ਟਨਲ ਫਾਇਰ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਇਹ ਮੌਜੂਦਾ ਸਮੇਂ 19,000 ਏਕੜ ਤੋਂ ਵੱਧ ਫੈਲ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਊਥ ਤੇ ਸਾਊਥ ਵੈਸਟ ਵਿੱਚ ਇਸ ਸਮੇਂ 19,000 ਦੇ ਕਰੀਬ ਵਾਈਲਡ ਫਾਇਰਸ ਨੇ। ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਿਛਲੇ ਦਹਾਕੇ ਦੇ ਉੱਪਰ ਨਜ਼ਰ ਮਾਰੀ ਜਾਵੇ ਤਾਂ ਉਸ ਦੇ ਮੁਕਾਬਲੇ ਇਹ ਕਾਫੀ ਜ਼ਿਆਦਾ ਵਾਈਲਡ ਫਾਇਰਸ ਦੀ ਗਿਣਤੀ ਹੈ, ਜਿਨ੍ਹਾਂ ਬਾਰੇ ਮੌਜੂਦਾ ਸਮੇਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਤੇ ਹੁਣ ਜਿਹੜੇ 8 ਮਿਲੀਅਨ ਤੋਂ ਵੱਧ ਲੋਕ ਨੇ ਉਹਨਾਂ ਨੂੰ ਫਾਇਰ ਅਲਰਟ ਅਧੀਨ ਰੱਖਿਆ ਗਿਆ ਹੈ, ਜਿਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜਿਹੜਾ ਫਾਇਰ ਅਲਰਟ ਹੈ ਮੈਕਸੀਕੋ, ਵੈਸਟਰਨ ਟੈਕਸਸ ਅਤੇ ਵਿਓਮਿੰਗ ਦੇ ਵਾਸਤੇ ਜਾਰੀ ਕੀਤਾ ਗਿਆ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਉਚਾਈ ਤੋਂ ਹੇਠਾਂ ਡਿੱਗਣ ਕਾਰਨ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਰ ਵਿੱਚ ਉਹ ਆਪਣੇ ਕੇਅਰ ਟੇਕਰ ਨਾਲ ਮੌਜੂਦ ਸੀ ਜਿਸ ਸਮੇਂ ਇਹ ਹਾਦਸਾ ਵਾਪਰਿਆ। ਕੇਅਰ ਟੇਕਰ ਬਾਥਰੂਮ ਵਿੱਚ ਗਿਆ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਿਊਯਾਰਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 6 ਸਾਲਾ ਬੱਚਾ ਐਲੀਵੇਟਰ ਸ਼ਾਫਟ ਤੋਂ ਡਿੱਗ ਗਿਆ। ਇਸ ਬਾਰੇ ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜੋ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਉਸ ਮੁਤਾਬਕ ਬੱਚਾ ਆਪਣੇ ਘਰ ਵਿੱਚ ਕੇਅਰ ਟੇਕਰ ਨਾਲ ਮੌਜੂਦ ਸੀ। ਇਹ ਕੇਅਰ ਟੇਕਰ ਜਦੋਂ ਬਾਥਰੂਮ ਯੂਜ਼ ਕਰਨ ਵਾਸਤੇ ਗਿਆ ਤਾਂ ਉਸ ਸਮੇਂ ਇਹ ਘਟਨਾ ਵਾਪਰੀ ਜਿੱਥੇ ਬੱਚਾ ਹੇਠਾਂ ਡਿੱਗ ਗਿਆ। ਕਿਸੇ ਤਰੀਕੇ ਇਹ ਬੱਚਾ ਐਲੀਵੇਟਰ ਤੱਕ ਪਹੁੰਚਿਆ ਤੇ ਉਹ ਹੇਠਾਂ ਡਿੱਗ ਗਿਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਇਸ ਮਾਮਲੇ ਦੇ ਬਾਰੇ 1 ਵਜੇ ਦੇ ਕਰੀਬ ਜਾਣਕਾਰੀ ਮਿਲੀ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਉੱਪਰ ਫਾਇਰ ਫਾਈਟਰਸ ਪਹੁੰਚੇ ਜਿੱਥੇ ਉਹਨਾਂ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦੀ ਹਾਲਤ ਇਸ ਸਮੇਂ ਗੰਭੀਰ ਦੱਸੀ ਜਾ ਰਹੀ ਹੈ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਥਾਰਟੀਜ਼ ਵੱਲੋਂ ਇਸ ਮਾਮਲੇ ਦੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਸਿਰਫ ਇਹੀ ਦੱਸਿਆ ਗਿਆ ਕਿ ਜੋ ਬੱਚਾ ਹੇਠਾਂ ਡਿੱਗਿਆ ਉਸ ਦੀ ਉਮਰ 6 ਸਾਲ ਹੈ। ਉਸ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। ਬਾਕੀ ਮਾਮਲੇ ਦੀ ਜਾਣਕਾਰੀ ਉਹਨਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਹੀ ਦਿੱਤੀ ਜਾਵੇਗੀ, ਪਰ ਅਜੇ ਉਹਨਾਂ ਨੇ ਕੋਈ ਹੋਰ ਜ਼ਿਆਦਾ ਇਨਫੋਰਮੇਸ਼ਨ ਆਮ ਲੋਕਾਂ ਨਾਲ ਸਾਂਝੀ ਨਹੀਂ ਕੀਤੀ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਿਕਿਉਰਿਟੀ ਗਾਰਡ ਦੇ ਉੱਪਰ ਹਮਲਾ ਕਰਦਿਆਂ ਸਸਪੈਕਟ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਰੈਸਟੋਰੈਂਟ ਵਿੱਚ ਚੋਰੀ ਕੀਤੀ ਗਈ। ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਆਦਾ ਡਿਟੇਲ ਤਾਂ ਪੁਲਿਸ ਵੱਲੋਂ ਨਹੀਂ ਦਿੱਤੀ ਗਈ, ਪਰ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਸਪੈਕਟ ਨੇ ਸਿਕਿਉਰਿਟੀ ਗਾਰਡ ਤੇ ਹਮਲਾ ਕਿਸ ਤਰ੍ਹਾਂ ਕੀਤਾ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਿਕਿਉਰਿਟੀ ਗਾਰਡ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਨਜ਼ਦੀਕੀ ਰੈਸਟੋਰੈਂਟ ਨੂੰ ਲੁੱਟਿਆ ਗਿਆ। ਐਟਲਾਂਟਾ ਪੁਲਿਸ ਡਿਪਾਰਟਮੈਂਟ ਵੱਲੋਂ ਹੁਣ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਸਿਕਿਉਰਿਟੀ ਗਾਰਡ ਨੂੰ ਗੋਲੀ ਮਾਰ ਕੇ ਲੁੱਟ ਕੀਤੀ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਜਿਹੜੇ ਸਿਕਿਉਰਿਟੀ ਗਾਰਡ ਨੂੰ ਗੋਲੀ ਲੱਗੀ ਉਸ ਦੀ ਉਮਰ 51 ਸਾਲ ਦੇ ਕਰੀਬ ਹੈ। ਇਹ ਸਿਕਿਉਰਿਟੀ ਗਾਰਡ 387 ਕਲੇਵਰਲੈਂਡ ਐਵੀਨਿਊ ਦੇ ਰੈਸਟੋਰੈਂਟ ਦੇ ਬਾਹਰ ਤਾਇਨਾਤ ਸੀ। ਮੌਕੇ ਦੀ ਇੱਕ ਵੀਡੀਓ ਵੀ ਪੁਲਿਸ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਸਪੈਕਟ ਨੇ ਕਾਲੇ ਰੰਗ ਦੀ ਲੰਬੀ ਬਾਹਾਂ ਵਾਲੀ ਟੀ-ਸ਼ਰਟ ਪਾਈ ਹੋਈ ਹੈ। ਉਸਦੇ ਕਾਲੇ ਰੰਗ ਦੇ ਨਾਈਕੀ ਬੇਸਬਾਲ ਹੈਟ ਵੀ ਪਾਈ ਹੋਈ ਹੈ। ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਪਿੱਛੋਂ ਸਿਕਿਉਰਿਟੀ ਗਾਰਡ ਦੇ ਉੱਪਰ ਆ ਕੇ ਹਮਲਾ ਕਰਦਾ ਹੈ। ਇਸ ਵੀਡੀਓ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਜਿਸ ਸਸਪੈਕਟ ਵੱਲੋਂ ਸਿਕਿਉਰਿਟੀ ਗਾਰਡ ਤੇ ਹਮਲਾ ਕੀਤਾ ਗਿਆ ਉਸਨੇ ਪੀੜਤ ਤੋਂ ਲੁੱਟ ਵੀ ਕੀਤੀ ਤੇ ਬਾਅਦ ਵਿੱਚ ਇੱਥੋਂ ਚਲਾ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਸਸਪੈਕਟ ਦੇ ਬਾਰੇ ਪਤਾ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਇਸ ਬਾਰੇ ਜਾਣਕਾਰੀ ਸਾਂਝੀ ਕਰਨ। ਇਸ ਤੋਂ ਇਲਾਵਾ ਇੱਕ ਖਾਸ ਜਾਣਕਾਰੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਐਟਲਾਂਟਾ ਵਿੱਚ ਹੋਮਿਸਾਈਡ ਦੇ ਮਾਮਲਿਆਂ ਦੀ ਗਿਣਤੀ 47% ਦੇ ਉੱਪਰ ਪਹੁੰਚ ਗਈ ਜੋ ਕਿ ਪਹਿਲਾਂ ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ। ਰੌਬਰੀਜ਼ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਗਿਰਾਵਟ ਆਈ ਹੈ ਜੋ ਕਿ 19% ਦੀ ਗਿਰਾਵਟ ਦੱਸੀ ਗਈ ਹੈ। ਪਿਛਲੇ ਸਾਲ ਇੱਥੇ ਲੁੱਟ ਦੇ 211 ਮਾਮਲੇ ਸਾਹਮਣੇ ਆਏ ਸਨ ਜਦਕਿ ਹੁਣ 170 ਕੇਸਿਸ ਦੇ ਬਾਰੇ ਦੱਸਿਆ ਜਾ ਰਿਹਾ ਹੈ। ਹੁਣ ਪੁਲਿਸ ਵਿਭਾਗ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਾਰੇ ਪਤਾ ਲਗਾਇਆ ਜਾ ਸਕੇ ਤੇ ਉਹਨਾਂ ਨੇ ਇਸ ਵਾਸਤੇ ਆਮ ਲੋਕਾਂ ਨੂੰ ਵੀ ਕਿਹਾ ਹੈ ਕਿ ਸਸਪੈਕਟ ਦੇ ਬਾਰੇ ਜੇ ਡਿਟੇਲ ਹੈ ਤਾਂ ਉਹਨਾਂ ਨਾਲ ਜ਼ਰੂਰ ਸਾਂਝੀ ਕਰਨ। ਸੋ ਇਹ ਸਨ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।